आरटीए लुधियाना, आरटीए लुधियाना, आरटीए लुधियाना, आरटीए लुधियाना, आरटीए लुधियाना, मुर्दाबाद, आरटीए लुधियाना, मुर्दाबाद। ट्रांसपोर्टां दी खज्जल खुआरी बंद करो, बंद करो, बंद ट्रांसपोर्टां दी खज्जल खुआरी बंद करो, बंद करो, ट्रांसपोर्टां दी खज्जल खुआरी बंद करो, बंद करो। मुर्दाबाद, आरटीए लुधियाना, मुर्दाबाद। ट्रांसपोर्टां दी खज्जल खुआरी बंद करो, बंद करो, बंद ट्रांसपोर्टां दी खज्जल खुआरी बंद करो, बंद करो, ट्रांसपोर्टां दी खज्जल खुआरी बंद करो, बंद करो। आरटीए लुधियाना काम चोर कर्मचारी, आरटीए लुधियाना ट्रांसपोर्टरां दी खज्जल खुआरी, ट्रांसपोर्टरां दी खज्जल खुआरी। बहुत ही अपने मंदभागी गल है भी इस डिपार्टमेंट नूं इन्ना बदनाम हो चुकिया, इन्ना बदनाम हो चुकिया। एक जो सरकार हाँ जी की नाम है कद लिया डीसी ऑफिस आज ਅਸੀਂ ਸਾਰੇ ਮੈਂ ਸਕੂਲ ਬੱਸ ਆਪਰੇਟਰ ਯੂਨੀਅਨ ਤੋਂ ਗੁਰਵਿੰਦਰ ਸਿੰਘ ਜਨਰਲ ਸੈਕਟਰੀ ਔਰ ਮੇਰੇ ਨਾਲ ਸਮੂਹ ਮੈਂਬਰਾਂ ਲੁਧਿਆਣਾ ਸਕੂਲ ਬੱਸ ਆਪਰੇਟਰ ਯੂਨੀਅਨ ਦੇ ਮੈਂਬਰਾਂ ਨੇ ਜੀ ਔਰ ਆਪਣੇ ਆਜ਼ਾਦ ਟੈਕਸੀ ਯੂਨੀਅਨ ਤੋਂ ਆਪਣੇ ਮੈਂਬਰ ਆਏ ਨੇ ਔਰ ਨਾਲ ਹੀ ਆਪਣੇ ਮਿੰਨੀ ਬੱਸ ਜਿਹੜੀ ਆਪਣੇ ਚੱਲਦੀ ਹੈ ਇੱਥੇ ਉਹਦੇ ਮੈਂਬਰਾਂ ਨੇ। ਇਹ ਸਾਰਿਆਂ ਨੇ ਰਲ ਕੇ ਜਿਹੜਾ ਧਰਨਾ ਅੱਜ ਆਰਟੀਏ ਦਫ਼ਤਰ ਦੇ ਵਿੱਚ ਲਾਇਆ ਵਾ ਉਹ ਆਰਟੀਏ ਦਫ਼ਤਰ ਦੀਆਂ ਨਲਾਇਕੀਆਂ ਦੇ ਕਰਕੇ ਲਾਇਆ ਗਿਆ ਧਰਨਾ ਵਾ ਜਿਹਦੇ ਵਿੱਚ ਜਿਹੜੇ ਸਾਡੇ ਕੰਮ ਨੇ ਜਿਵੇਂ ਕਿ ਪਾਸਿੰਗ ਦੇ ਸੰਬੰਧ ਦੇ ਵਿੱਚ ਮੋਡੀਫਿਕੇਸ਼ਨ ਦਾ ਆਰਸੀ ਬੈਕਲੌਗ ਲਾਇਸੈਂਸ ਬੈਕਲੌਗ ਔਰ ਹੋਰ ਜਿਹੜੇ ਕੰਮ ਨੇ ਆਪਣੇ ਮੋਡੀਫਿਕੇਸ਼ਨ ਤੇ BS4 ਦੀਆਂ ਆਰਸੀਆਂ ਸਾਡੀਆਂ ਪੈਂਡਿੰਗ 5 ਸਾਲ ਹੋ ਗਏ ਸਾਡੀਆਂ 6 ਆਰਸੀਆਂ ਨਹੀਂ ਦਿੱਤੀਆਂ ਇਹਨਾਂ ਨੇ ਜਿਨ੍ਹਾਂ ਦਾ ਹਾਲੇ ਤੱਕ ਪਰਮਿਟ ਨਹੀਂ ਪਿਆ ਹੋਰ ਵੀ ਟੈਕਸ ਲਈ ਜਾ ਰਹੇ 22,000 ਰੁਪਏ ਸਾਲ ਦਾ ਸਾਡੇ ਕੋਲ 1,10,000 ਰੁਪਏ ਟੈਕਸ ਭਰਾਤਾ ਆਪਣੇ ਸਾਨੂੰ ਹਾਲੇ ਤੱਕ ਨਾ ਪਰਮਿਟ ਔਰ ਨਾ ਆਰਸੀ ਕੁਝ ਵੀ ਨਹੀਂ ਸਾਡਾ ਇੱਥੋਂ ਆਪਣੇ ਪੂਰਾ ਆਇਆ ਤੇ ਉਹਦੇ ਸੰਬੰਧ ਦੇ ਵਿੱਚ ਵੀ ਸਾਨੂੰ ਇਹਨਾਂ ਨੇ ਖੱਜਲ ਖੁਆਰ ਕੀਤਾ ਆ। ਇਸ ਕਰਕੇ ਸਾਨੂੰ ਆਪਣੀਆਂ ਹੋਰ ਜਿਹੜੀਆਂ ਮੰਗਾਂ ਨੇ ਸਾਰੀਆਂ ਯੂਨੀਅਨ ਲੈਵਲ ਤੇ ਜਿਹੜੀਆਂ ਸਾਰਿਆਂ ਨੂੰ ਸਮੂਹ ਆਪਰੇਟਰਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਧਰਨਾ ਲਾਇਆ ਗਿਆ ਤੇ ਇਹਨਾਂ ਦੀ ਨਲਾਇਕੀ ਇਹ ਹੈ ਵੀ ਹਲੇ ਤੱਕ ਆਰਟੀਏ ਮੈਡਮ ਲੁਧਿਆਣਾ ਉੱਤੇ ਗੱਡੀ 'ਚ ਬੈਠੀ ਰਹੀ ਆ ਪਰ ਉਹਨੇ ਇੱਕ ਵਾਰੀ ਆ ਕੇ ਵੀ ਨਹੀਂ ਪੁੱਛਿਆ ਵੀ ਮੈਂ ਇਹ ਐਫਰਟ ਕੀਤਾ ਸੀ ਉਹਦਾ ਮੈਨੂੰ ਆਹ ਰਿਪਲਾਈ ਆਇਆ ਹਾਲੇ ਤੱਕ ਉਹਨੇ ਇੱਕ ਵੀ ਸਾਨੂੰ ਤੁਸੀਂ ਮਤਲਬ ਟਰਾਂਸਪੋਰਟ ਮੰਤਰੀ ਨੂੰ ਮਿਲੇ ਹੋ ਇਸ ਬਾਰੇ? ਹਾਂਜੀ ਆਪਣੇ 10 ਅਗਸਤ ਨੂੰ 2022 ਨੂੰ ਲਾਲਜੀਤ ਸਿੰਘ ਭੁੱਲਰ ਨੂੰ STC ਦਫ਼ਤਰ ਦੇ ਵਿੱਚ ਮਿਲ ਕੇ ਮੰਗ ਪੱਤਰ ਦਿੱਤਾ ਜਿਹੜਾ ਹਰੇਕ ਨਿਊਜ਼ ਚੈਨਲ ਦੇ ਉੱਤੇ ਆਪਣੇ ਵੱਖ-ਵੱਖ ਜਰੀਏ ਮਾਧਿਅਮ ਦੇ ਰਾਹੀਂ ਅਖਬਾਰਾਂ ਪ੍ਰਿੰਟ ਮੀਡੀਆ ਦੇ ਜਾਂ ਦੂਜੇ ਮਾਧਿਅਮ ਰਾਹੀਂ ਉੱਥੇ ਆਇਆ ਜਿਹਦੇ 'ਚ ਉਹਨੇ 7 ਦਿਨਾਂ ਦਾ ਆਪਣੇ ਟਾਈਮ ਲੈ ਕੇ ਆਸ਼ਵਾਸਨ ਦਿੱਤਾ ਸੀ 7 ਦਿਨਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਤੁਹਾਨੂੰ ਦੁਬਾਰਾ ਗੇੜਾ ਮਾਰਨ ਦੀ ਲੋੜ ਨਹੀਂ ਪਊਗੀ। ਪਰ 9 ਮਹੀਨੇ ਹੋ ਜਾਣ ਦੇ ਬਾਵਜੂਦ ਵੀ ਇੱਕ ਦੁੱਕੀ ਦਾ ਕੰਮ ਵੀ ਉਸ ਮੰਤਰੀ ਨੇ ਨਹੀਂ ਕੀਤਾ ਤੇ ਉਹ ਆਪਣੇ ਸਾਰੇ ਜਿਹੜੇ ਸਾਡੇ ਸਮੂਹ ਆਪਰੇਟਰ ਉਹਦਾ ਹੀ ਖੱਜਲ ਖੁਆਰ ਹੋ ਰਹੇ ਆ ਉਹਨਾਂ ਕੰਮਾਂ ਦਾ। ਹੁਣ ਕਿੰਨੀ ਦੇਰ ਵਾਸਤੇ ਧਰਨਾ ਲਗਾਇਆ ਤੁਸੀਂ ਅੱਜ? ਇਹ ਹੁਣ ਇਹ ਰੈਗੂਲਰ ਚੱਲੂਗਾ ਜੀ। ਪਹਿਲਾਂ ਤਾਂ ਚਲੋ ਸਾਡੀਆਂ ਬੱਸਾਂ ਵਾਲੇ ਅਸੀਂ ਆਪਣੇ ਸਕੂਲ ਦੇ ਕੰਮ ਦੇ ਨਾਲ ਰਿਲੇਟਡ ਸਕੂਲ ਦੇ ਬੱਚੇ ਲੈ ਜਾਣੇ ਹੁੰਦੇ ਆ ਪਰ ਆਹ ਜਿਹੜਾ 1.5 ਮਹੀਨਾ ਵਾ ਸਾਡਾ ਇਹ ਛੁੱਟੀਆਂ ਦਾ ਵਾ ਔਰ ਇਹਦੇ ਵਿੱਚ ਅਸੀਂ ਆਪਣੇ ਵੱਲੋਂ ਪੂਰੀ ਬਾਹ ਲਵਾਂਗੇ 1.5 ਮਹੀਨੇ ਦੇ ਵਿੱਚ ਇਹ ਦਫ਼ਤਰ ਜਿੰਨਾ ਕੁ ਅਸੀਂ ਸੁਧਾਰ ਕਰ ਸਕਦੇ ਆ। ਫਿਰ ਵੀ ਇਨਸਾਫ ਨਹੀਂ ਮਿਲਦਾ ਤੇ ਅਗਲਾ ਏਜੰਡਾ ਕੀ ਇਹ ਤੁਹਾਡਾ? ਏਜੰਡਾ ਇਹ ਹੈ ਜੀ ਇੱਥੇ ਧਰਨਾ ਹੈ ਜਿਹੜਾ ਜੇ ਨਹੀਂ ਸਾਨੂੰ ਸਮਝ ਆਊਗਾ ਤੇ ਅਸੀਂ STC ਦਫ਼ਤਰ ਦੇ ਵਿੱਚ ਵੜ ਕੇ ਵੀ ਅਸੀਂ ਉੱਥੇ ਬਹਿ ਜਾਣਾ ਵਾ ਅਸੀਂ ਉੱਠਣਾ ਹੀ ਨਹੀਂ ਉਨੀ ਦੇਰ ਉੱਥੋਂ ਜਿੰਨੀ ਦੇਰ ਸਾਡਾ ਕੰਮ ਨਹੀਂ ਛੱਡ ਹੋਰ ਤੁਹਾਡੇ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਬਣੀਆਂ ਉਹਨਾਂ ਨੇ ਟਾਈ ਅਪ ਕੀਤਾ ਤੁਸੀਂ ਉਹਨਾਂ ਨਾਲ? ਹਾਂਜੀ ਹਾਂਜੀ ਇਹ ਹੁਣ ਜਿਹੜਾ ਅਗਲਾ ਨੈਕਸਟ ਹੈ ਜੀ ਚੰਡੀਗੜ੍ਹ ਵਾਲਾ ਅਸੀਂ ਸੋਚਿਆ ਵੀ ਜੋ ਅਸੀਂ ਪ੍ਰੋਟੈਸਟ ਕਰਨ ਦੀ ਸੋਚ ਰਹੇ ਹਾਂ ਉਹਦੇ ਵਿੱਚ ਪੰਜਾਬ ਦੇ ਪੂਰੇ ਪੰਜਾਬ ਦੇ ਉੱਤੋਂ ਯੂਨੀਅਨਾਂ ਜਿਹੜੀਆਂ ਨੇ ਉੱਥੇ ਸ਼ਮੂਲੀਅਤ ਕਰਨੀਆਂ ਇੱਕ ਬਹੁਤ ਵੱਡਾ ਵਿਸ਼ਾਲ ਜਿਹੜਾ ਧਰਨਾ ਵਾ ਉਹ STC ਦਫ਼ਤਰ। ਹਾਂਜੀ ਕੀ ਨਾਮ ਹੈ ਭਾਜੀ? ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਤੂਰ। ਆਰਟੀਓ ਆਫਿਸ ਆਏ ਹੋ ਕਦ ਲਈ ਆਏ ਹੋ ਜੀ? ਆਰਟੀਓ ਆਫਿਸ ਅਸੀਂ ਆਏ ਹਾਂ ਜੀ ਅਸੀਂ ਮੰਨ ਲਓ ਸਕੂਲ ਬੱਸ ਯੂਨੀਅਨ ਆਜ਼ਾਦ ਟੈਕਸੀ ਯੂਨੀਅਨ ਤੇ ਮਿੰਨੀ ਬੱਸ ਯੂਨੀਅਨ ਵਾਲਿਆਂ ਨੇ ਸਾਰੇ ਨੇ ਕੀ ਰਲ ਟੂਰ ਕੇ ਸਾਹਿਬ ਕੀ ਤੁਹਾਡੀਆਂ ਜਿਹੜੀਆਂ ਤੁਸੀਂ ਧਰਨਾ ਲਾ ਕੇ ਬੈਠੇ ਹੋ ਕੀ ਤੁਹਾਡੀਆਂ ਮੰਗਾਂ ਹੈਗੀ ਆ? ਮੰਗਾਂ ਸਾਡੀਆਂ ਇਹ ਹੈ ਜੀ ਮੰਨ ਲਓ ਸਾਨੂੰ ਖੱਜਲ ਖੁਆਰੀ ਜਿਹੜੀ ਹੋ ਰਹੀ ਆ ਉਹ ਅਸੀਂ ਜਾਣਦੇ ਹਾਂ ਜੀ ਸਾਡਾ ਦੁੱਖ ਕੋਈ ਸਮਝ ਨਹੀਂ ਰਿਹਾ। ਸਾਡੀਆਂ ਗੱਡੀਆਂ ਦੀਆਂ ਪਾਸੀਆਂ ਠੀਕ ਆ ਮੋਡੀਫਿਕੇਸ਼ਨ ਆਰਸੀਆਂ ਲਾਇਸੈਂਸ ਇਹਨਾਂ ਦੇ ਵਿੱਚ ਸਾਨੂੰ ਰੁਕਾਵਟ ਆ ਰਹੀ ਹੈ ਜਿਹੜੀਆਂ ਸਾਡੀਆਂ ਮੰਨ ਲਓ ਆ ਪਾਸੀਆਂ ਹੋ ਗਈਆਂ ਨਾ ਪਾਸੀਆਂ ਹੀ ਅਪਾਇੰਟਮੈਂਟ ਲੈਣ ਦੇ ਬਾਵਜੂਦ ਵੀ ਸਾਡੀ ਪਾਸਿੰਗ ਨਹੀਂ ਹੋ ਰਹੀ ਜੇ ਮੰਨ ਲਓ ਉਹਦੀ ਡੇਟ ਲੰਘ ਚੁੱਕੀ ਆ ਤਾਂ ਵੀ ਸਾਨੂੰ ਫਾਈਨ ਪੈ ਰਹੇ ਆ ਜੀ। ਕਿ ਤੁਹਾਡੇ ਮਤਲਬ ਕਿ ਟੋਟਲ ਕਿੰਨੀਆਂ ਲੁਧਿਆਣੇ 'ਚ ਕਿੰਨੀਆਂ ਬੱਸਾਂ ਜਿਹੜੀਆਂ? ਲੁਧਿਆਣੇ ਦੇ ਵਿੱਚ ਸਾਡੇ ਕਾਫੀ ਬੱਸਾਂ ਹੈ ਜੀ 400 ਤੋਂ 500 ਬੱਸ ਜਿਹੜੀ ਹੈਗੀ ਆ ਹਾਂਜੀ ਜਿਹੜੀਆਂ ਪ੍ਰਾਈਵੇਟ ਆ ਇਸ ਤੋਂ ਜ਼ਿਆਦਾ ਬੱਸਾਂ ਵੀ ਹੋਣਗੀਆਂ ਕਿਉਂਕਿ ਮੈਂ
ਮੈਨੂੰ ਸਾਲ ਕੁ ਹੋਇਆ ਅਜੇ ਪ੍ਰਧਾਨ ਬਣੇ ਨੂੰ, ਠੀਕ ਹੈ। ਮੇਰੇ ਜਿਹੜੀਆਂ ਇੰਨੀਆਂ ਲਿੰਕ ਦੇ ਵਿੱਚ ਮੈਂ ਜਾਣਦਾ ਜਿਹੜੀ ਤੁਹਾਡੇ ਅੰਡਰ ਕਿੰਨੀਆਂ ਕੁ ਬੈਂਕ ਨੇ? ਆਪਣੇ ਅੰਡਰ 55 ਗੱਡੀਆਂ ਮੇਰੇ ਅੰਡਰ ਆਈ, ਮੇਰੇ ਆਪਦੇ ਸਕੂਲ ਦੀ। ਅੱਛਾ, ਕੀ ਟ੍ਰੈਫਿਕ ਪੁਲਿਸ ਵੱਲੋਂ ਜਾਂ ਕੀ ਪਰੇਸ਼ਾਨੀ? ਪੁਲਿਸ ਵੱਲੋਂ ਪਰੇਸ਼ਾਨੀ ਇਹ ਹੈ ਜੀ, ਜਿੱਦਾਂ ਹੁਣ ਮੰਨ ਲਓ ਆਰਟੀਏ ਤੇ ਆਫਿਸ ਤੇ ਮੰਨ ਲਓ ਸਰਕਾਰ ਵੱਲੋਂ ਜਿਹੜੀਆਂ ਸਾਨੂੰ ਜਿਹੜੀ ਖੱਜਲ ਖੁਆਰੀ ਹੋ ਰਹੀ ਆ, ਉਹਦੇ ਕਾਰਨ ਸਾਨੂੰ ਪੁਲਿਸ ਨਾਲ ਵੀ ਜਿਹੜਾ ਸਾਨੂੰ ਜੂਝਣਾ ਪੈਂਦਾ ਜੀ। ਨਾਕੇ ਤੇ ਸਾਡੀ ਗੱਡੀ ਰੁਕ ਜਾਂਦੀ ਹੈ, ਠੀਕ ਆ, ਉਹਨੂੰ ਉਹ ਕਹਿੰਦੇ ਆ ਚਲਾਨ ਕਰਾਓ। ਹਾਲਾਂਕਿ ਅਸੀਂ ਪੈਸੇ ਭਰੇ ਹੋਏ ਆ, ਇਹਨਾਂ ਦੀਆਂ ਗਲਤੀਆਂ ਕਰਕੇ ਪਾਸਿੰਗਾਂ ਸਾਡੀਆਂ ਇਹਨਾਂ ਗਲਤੀਆਂ ਕਰਕੇ ਰੁਕੀਆਂ ਹੋਈਆਂ ਤੇ ਜੋ ਸਾਨੂੰ ਨਾਕਿਆਂ ਤੇ ਜੂਝਣਾ ਪੈਂਦਾ। ਸਾਨੂੰ ਉਹਨਾਂ ਨੇ ਰੋਕ ਕੇ ਸਾਡੇ ਚਲਾਨ ਕੀਤੇ ਜਾਂਦੇ ਆ, ਸਾਨੂੰ ਖੱਜਲ ਖੁਆਰੀ ਬਹੁਤ ਹੋ ਰਹੀ ਹੈ। ਤੁਹਾਡੀ ਜਿਹੜੀ ਪੰਜਾਬ ਲੈਵਲ ਦੀ ਤੁਹਾਡੀ ਐਸੋਸੀਏਸ਼ਨ ਜਿਹੜੀ ਬਣੀ ਹੈ, ਤੁਸੀਂ ਉਹਦੇ ਵਿੱਚ ਮੁੱਦਾ ਉਠਾਇਆ ਨਹੀਂ ਹੈ? ਮੁੱਦਾ ਅਸੀਂ ਉਠਾਇਆ ਹੈ ਜੀ। ਅਸੀਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਾਹਿਬ ਨੂੰ ਮਿਲੇ ਜੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ 9 ਦਿਨ ਦੇ ਵਿੱਚ ਤੁਹਾਡਾ ਹੱਲ ਕਰਾਂਗੇ। ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ ਪੰਜਾਬ ਲੈਵਲ, ਪਰ 9 ਦਿਨ ਕਹਿਣ ਦੀ ਬਜਾਏ 9 ਮਹੀਨੇ ਬੀਤ ਗਏ ਜੀ। 7 ਦਿਨ ਸੌਰੀ ਕਿਹਾ ਸੀ, 9 ਮਹੀਨੇ ਬੀਤ ਗਏ ਜੀ, ਕੋਈ ਸਾਡਾ ਹੱਲ ਨਹੀਂ ਹੋਇਆ। ਤਾਂ ਕਰਕੇ ਸਾਨੂੰ ਇੱਥੇ ਆ ਕੇ ਹੁਣ ਬੈਠਣਾ ਤੁਹਾਨੂੰ ਇੱਥੇ ਇਨਸਾਫ ਵਾਸਤੇ ਤੁਸੀਂ ਬੈਠੇ ਹੋ, ਨਹੀਂ ਮਿਲਦਾ ਤੇ ਅਗਲਾ ਏਜੰਡਾ ਕੀ ਹੋਊਗਾ ਤੁਹਾਡਾ? ਏਜੰਡਾ ਜੀ ਅਣਮਿੱਥੇ ਸਮੇਂ ਲਈ ਧਰਨਾ ਲਾਵਾਂਗੇ। ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠਾਂਗੇ। ਕਹਿੰਦੇ ਵੀ ਇੱਧਰ ਸਾਡੇ ਕੰਮ ਨਹੀਂ ਹੋ ਰਹੇ ਹੈਗੇ ਤੇ ਇੱਕ ਸਾਨੂੰ ਖੱਜਲ ਖੁਆਰੀ ਬੜੀ ਹੋ ਰਹੀ ਹੈ, ਉਸ ਨੂੰ ਲੈ ਕੇ ਤੁਹਾਡਾ ਕੀ ਟੇਕ ਹੈ? ਦੇਖੋ, ਮੇਜਰ ਇਸ਼ੂ ਪਾਸਿੰਗ ਦਾ ਜਿਹੜਾ ਹੈਗਾ, ਫਿਟਨੈਸ ਪਾਸਿੰਗ ਜਿਹੜੀ ਗੱਡੀਆਂ ਦੀ ਸਾਹਨੇਵਾਲ ਹੁੰਦੀ ਹੈ, ਉਹਦਾ ਮੇਜਰ ਇਸ਼ੂ ਸੀਗਾ। ਉਹ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਸੀ ਇਸ਼ੂ। ਇੱਕ ਤਾਂ MVI ਸਾਡੇ ਕੋਲ ਇੱਕੋ ਹੀ ਸੀ ਇੱਥੇ ਵਿਦ ਐਡੀਸ਼ਨਲ ਪੋਸਟਿੰਗ ਐਟ ਹੁਸ਼ਿਆਰਪੁਰ। ਉਹ ਅਸੀਂ ਰਿਪੀਟਡ ਰਿਕੁਐਸਟ ਜਿਹੜੀਆਂ ਸਾਡੀਆਂ ਉੱਪਰ ਗਈਆਂ, ਉਸ ਦੇ ਨਾਲ ਹੁਣ ਸਾਡੇ ਕੋਲ 2 MVI ਨੇ। ਬੇਸ਼ੱਕ ਦੋਨਾਂ ਕੋਲ ਐਡੀਸ਼ਨਲ ਚਾਰਜ ਨੇ ਜਗ੍ਹਾ ਜਗ੍ਹਾ ਦੇ, ਜਲੰਧਰ ਐਂਡ ਬਟਾਲਾ ਦੇ, ਬਟ ਫਿਰ ਵੀ ਸਾਡੇ ਕੋਲ 5 ਦਿਨ ਹੁਣ MVI ਅਵੇਲੇਬਲ ਹੈ। ਔਰ ਸਲੋਟ ਸਿਸਟਮ ਜਿਹੜਾ ਫੈਬਰਰੀ 8 ਤੋਂ ਸ਼ੁਰੂ ਕੀਤਾ ਸੀਗਾ, ਉਸ ਦੇ ਨਾਲ ਜਿਹੜੀ ਹੈਗੀ ਹੈ ਪਾਸਿੰਗ ਜਿਹੜੀ ਹੁਣ ਹੋ ਰਹੀ ਹੈ, ਜੋ ਕਿ ਬਿਲਕੁਲ ਹੀ ਪਾਰਦਰਸ਼ਤਾ ਉਹਦੇ ਵਿੱਚ ਰੱਖੀ ਜਾਂਦੀ ਹੈ। ਟਰਾਂਸਪੇਰੈਂਟ ਤਰੀਕੇ ਨਾਲ ਆਨਲਾਈਨ ਸਲੋਟ ਬੁੱਕ ਹੁੰਦੇ ਨੇ। 90 ਸਲੋਟ ਪਹਿਲਾਂ 70 ਹੁੰਦੇ ਸੀ, ਹੁਣ 90 ਸਲੋਟ ਜਿਹੜੇ ਹੈਗੇ ਆ ਪਰ ਡੇ ਬੁੱਕ ਹੁੰਦੇ ਨੇ। ਔਰ ਅੱਗੇ ਪਾਸਿੰਗ ਮੇਰੀ ਪੋਸਟਿੰਗ ਤੋਂ ਪਹਿਲਾਂ, ਕਿਉਂਕਿ ਇੱਥੇ MVI ਵੀ ਇੱਕ ਹੀ ਸੀਗਾ, ਸੋ ਪਾਸਿੰਗ ਜਿਹੜੀ ਹੈਗੀ ਉਹ ਮੰਡੇ ਜਾਂ 2 ਦਿਨ ਰੱਖੀ ਜਾਂਦੀ ਸੀ। ਉਸ ਤੋਂ ਬਾਅਦ ਜਦੋਂ ਇੱਕ MVI ਸਾਡੇ ਕੋਲ ਆਇਆ ਸਲੋਟ ਸਿਸਟਮ ਨਾਲ, ਅਸੀਂ 3 ਦਿਨ ਰੱਖੀ ਪਾਸਿੰਗ। ਔਰ ਹੁਣ 2 MVI ਹੋਣ ਤੋਂ ਬਾਅਦ ਹੁਣ 5 ਦਿਨ ਪਾਸਿੰਗ ਹੋ ਰਹੀ ਹੈ। ਤੋ ਹਰ ਦਿਨ ਪਾਸਿੰਗ ਹੋ ਰਹੀ ਹੈ। ਸਾਈਟ ਸਾਡੀ ਜਿਹੜੀ ਹੈਗੀ ਆ ਉਹ ਸਾਹਨੇਵਾਲ ਹੈ। ਔਰ 2 MVI ਆਉਣ ਤੋਂ ਬਾਅਦ ਹੁਣ ਅਸੀਂ ਇੱਕ ਐਡੀਸ਼ਨਲ ਸਾਈਟ ਜਿਹੜੀ ਹੈਗੀ ਆ ਉਹ ਵੀ ਪ੍ਰਪੋਜ਼ ਕਰਕੇ ਭੇਜਣ ਲੱਗੇ ਹਾਂ, ਕਿਉਂਕਿ ਇੱਕ ਦਿੱਕਤ ਜਿਹੜੀ ਸਭ ਨੂੰ ਆ ਰਹੀ ਸੀ ਕਿ ਸਾਹਨੇਵਾਲ ਕਾਫੀ ਦੂਰ ਪੈ ਜਾਂਦਾ ਸਭ ਨੂੰ, ਤਾਂ ਕੋਈ ਨੇੜੇ ਦੀ ਸਾਈਟ ਜਿਹੜੀ ਹੈਗੀ ਆ ਪ੍ਰਪੋਜ਼ ਕਰਕੇ ਅੱਜ ਕੱਲ੍ਹ ਦੇ ਵਿੱਚ ਭੇਜ ਦਿੱਤੀ ਜਾਵੇਗੀ। ਉਸ ਨੂੰ ਮੈਪ ਕਰਾ ਲਿਆ ਜਾਏਗਾ, ਬਿਕੋਜ਼ ਟੈਬ ਦੇ ਉੱਤੇ ਪਾਸਿੰਗ ਹੁੰਦੀ ਹੈ, ਤਾਂ ਮੈਪ ਕਰਾ ਕੇ ਉੱਥੇ ਵੀ ਪਾਸਿੰਗ ਅਸੀਂ ਨੈਕਸਟ ਵੀਕ ਤੋਂ ਸ਼ੁਰੂ ਕਰ ਦੇਣੀ ਹੈ। ਮੈਮ ਪੈਂਡੈਂਸੀ ਕਿੰਨੀ ਪਈ ਹੈ ਹਜੇ ਵੀ ਲਾਇਸੈਂਸ ਔਰ ਆਰਸੀ ਵਾਲੇ ਵੀ ਖੱਜਲ ਖੁਆਰ ਹੁੰਦੇ ਨੇ ਮਾਰਕੀਟ? ਪੈਂਡੈਂਸੀ ਜੀ ਇਹ ਬਿਲਕੁਲ ਹੀ ਗਲਤ ਬਾਹਰ ਜਿਹੜੀ ਹੈ ਖਬਰ ਦਿੱਤੀ ਜਾ ਰਹੀ ਹੈ। 20 ਤਰੀਕ ਤੱਕ ਜਿਹੜੇ ਹੈਗੇ ਆ ਲਾਇਸੈਂਸ ਜਿਹੜੇ ਹੈਗੇ ਆ ਸਾਰੇ ਕਲੀਅਰ ਕੀਤੇ ਜਾ ਚੁੱਕੇ ਨੇ। 25 ਤਰੀਕ ਤੱਕ ਜਿਹੜੇ ਹੈਗੇ ਆ ਰਿਨਿਊਅਲ ਦੇ ਵੀ ਹੋ ਚੁੱਕੇ ਨੇ। ਪਿਛਲੇ 1 ਸਾਲ ਦੀ ਜਿਹੜੀ ਪੈਂਡੈਂਸੀ ਹੈ ਉਹ ਜ਼ਰੂਰ ਪਈ ਹੈ। ਮੇਰੇ ਟੈਨਿਓਰ ਦੇ ਟਾਈਮ ਦੀ ਸਾਰੀ ਪੈਂਡੈਂਸੀ ਕਲੀਅਰ ਕਰ ਦਿੱਤੀ ਗਈ ਹੈ। ਜਿਹੜੀ ਪਿਛਲੀ ਪੈਂਡੈਂਸੀ ਹੈ ਉਹਨੂੰ ਵੀ ਅਸੀਂ 1 ਵੀਕ ਦੇ ਵਿੱਚ ਲਾਇਸੈਂਸ ਨੂੰ ਕਲੀਅਰ ਕਰ ਦਾਂਗੇ। RCs ਜਿਹੜੇ ਮੇਰੇ ਲੈਵਲ ਤੇ ਅਪਰੂਵਲ ਸਟੇਜ ਹਾਰਡਲੀ 700 ਫਾਈਲਸ ਵੀ ਨਹੀਂ ਬਚੀਆਂ ਹੈਗੀਆਂ, ਉਹਨਾਂ ਦੇ ਵਿੱਚ ਵੀ ਮੋਸਟਲੀ ਜਿਹੜੀ ਹੈ ਫਿਟਨੈਸ ਪਾਸਿੰਗ ਦਾ ਜਿਹੜਾ ਹੈਗਾ ਉਹ ਪਈਆਂ ਨੇ। ਇਹਦੇ ਵਿੱਚ ਇਹੀ ਦਿੱਕਤ ਜਿਹੜੀ ਬਾਹਰ ਜਿਹੜੀ ਤੁਹਾਨੂੰ ਸੁਣਨ ਨੂੰ ਮਿਲੀ ਹੋਏਗੀ, ਉਹ ਪੈਨਲਟੀ ਦੀ ਇੱਕ ਦਿੱਕਤ ਹੈ। ਜੋ ਪਾਸਿੰਗ ਹੈ ਉਹਦਾ ਪ੍ਰੋਸੀਜਰ ਬੜਾ ਕਲੀਅਰ ਹੈਗਾ ਕਿ ਸਲੋਟ ਜਿਹੜਾ ਹੈਗਾ ਉਹ ਬੁੱਕ ਕਰਨ ਲੱਗਿਆ ਇਨਸਪੈਕਸ਼ਨ ਫੀਸ ਜਿਹੜੀ ਹੈ ਉਹ ਡਿਪੋਜ਼ਿਟ ਕਰਾਈ ਜਾਂਦੀ ਹੈ। ਔਰ ਸਲੋਟ ਕਿਸੇ ਨੂੰ ਮੰਨ ਲਓ 10-15 ਦਿਨ ਦਾ ਜੇ ਅੱਗੋਂ ਮਿਲਦਾ ਹੈ ਤਾਂ ਉਹ ਜਿਹੜੇ ਜਿੰਨੇ ਨੰਬਰ ਆਫ ਡੇਜ਼ ਹੁੰਦੇ ਨੇ ਵਿੱਚ, ਉਹ ਪਰ ਡੇ ਇੱਕ ਪੈਨਲਟੀ ਹੁੰਦੀ ਹੈ 10 ਰੁਪੀਜ਼ 20 ਰੁਪੀਜ਼ ਜੋ ਉਹਨਾਂ ਨੂੰ ਜਮ੍ਹਾਂ ਕਰਾਉਣੀ ਪੈਂਦੀ ਹੈ। ਸਪੋਜ਼ ਉਹਨਾਂ ਨੂੰ ਸਲੋਟ ਮਿਲ ਜਾਂਦਾ ਹੈ, ਉਸ ਤੋਂ ਬਾਅਦ ਅਪਰੂਵਲ ਹੋ ਜਾਂਦੀ ਹੈ, ਤਾਂ ਅਪਰੂਵਲ ਜਿਹੜੀ ਹੈਗੀ ਆ ਉਹ ਇਨੀਸ਼ੀਅਲੀ MVI ਵੱਲੋਂ ਸਕਰੂਟਨੀ ਹੁੰਦੀ ਹੈ ਔਰ ਫਿਰ RTA ਸਟੇਜ 'ਤੇ ਅਪਰੂਵਲ ਹੁੰਦੀ ਹੈ। ਜਦੋਂ ਤੱਕ ਫਾਈਲ ਦੀ ਅਪਰੂਵਲ ਨਹੀਂ ਹੋ ਜਾਂਦੀ ਉਦੋਂ ਤੱਕ ਪਰ ਡੇ ਪੈਨਲਟੀ ਉਹਨਾਂ ਨੂੰ ਪੈਂਦੀ ਰਹਿੰਦੀ ਹੈ। N ਨੰਬਰ ਆਫ ਕਾਰਨਾਂ ਕਰਕੇ ਇਹ ਅਪਰੂਵਲ ਡਿਲੇ ਹੋ ਜਾਂਦੀ ਹੈ ਕਈ ਵਾਰ, ਜਿਵੇਂ ਕਿ ਸਕਰੂਟਨੀ ਜਿਹੜੀ ਹੈਗੀ ਆ ਉਹ ਹੋ ਗਈ ਤਾਂ ਫਾਈਲ ਇਨਵਰਡ ਨਹੀਂ ਹੋਈ, ਜਾਂ ਮੇਰੇ ਕੋਲ ਅਪਰੂਵਲ 2-3 ਦਿਨ ਵੀ ਜੇ ਪੈਂਡਿੰਗ ਰਹਿ ਗਈ ਬਿਕੋਜ਼ ਆਫ ਅਦਰ ਡਿਊਟੀਜ਼, ਤਾਂ ਉਹ ਜਿਹੜੀ ਹੈਗੀ ਉਹਨਾਂ ਨੂੰ ਪੈਨਲਟੀ ਰੋਜ਼ ਪੈਂਦੀ ਹੈ। ਇਹਦੇ ਬਾਰੇ ਅਸੀਂ ਰਿਪੀਟਿਡ ਰਿਕੁਐਸਟ ਪਹਿਲਾਂ ਕੀਤੀਆਂ ਸੀ ਕਿ ਜਾਂ ਤਾਂ ਜਿਸ ਦਿਨ ਸਲੋਟ ਬੁੱਕ ਕੀਤਾ ਜਾਂਦਾ ਹੈ ਔਰ ਇਨਸਪੈਕਸ਼ਨ ਫੀਸ ਜਿਹੜੀ ਹੈਗੀ ਉਹ ਡਿਪੋਜ਼ਿਟ ਕਰਾਈ ਜਾਂਦੀ ਹੈ, ਉਸ ਤੋਂ ਲੈ ਕੇ ਕੁਝ 1 ਮਹੀਨੇ 1 ਮੰਥ ਤੱਕ ਦਾ ਕੁਝ ਵੇਵਰ ਦਿੱਤਾ ਜਾਵੇ ਪੈਨਲਟੀ ਦਾ, ਤਾਂ ਕਿ ਉਹਨਾਂ ਨੂੰ ਪੈਨਲਟੀ ਨਾ ਪਵੇ ਔਰ ਅਸੀਂ ਜਿਹੜੇ ਹੈਗੇ ਉਹਨਾਂ ਦਾ ਮੀਨ ਟਾਈਮ ਸਾਰੀਆਂ ਫਾਈਲਾਂ ਅਪਰੂਵ ਹੋ ਜਾਣ। ਦੂਸਰਾ ਪ੍ਰਾਵਧਾਨ ਇਹ ਹੋਣਾ ਚਾਹੀਦਾ ਹੈ ਕਿ ਕਿਉਂਕਿ ਉਹ ਜਿਹੜੀ ਪੈਨਲਟੀ ਹੈ ਉਹ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਦਫ਼ਤਰ ਆ ਕੇ ਇੱਥੇ SO ਕੋਲ ਆ ਕੇ ਰਸੀਦ ਕਟਾਉਣੀ ਪੈਂਦੀ ਹੈ, ਚਾਹੇ 20 ਰੁਪਏ ਦੀ ਰਸੀਦ ਵੀ ਹੋਵੇ, ਤਾਂ ਉਹ ਔਨਲਾਈਨ ਹੋਣੀ ਚਾਹੀਦੀ ਹੈ ਸੁਵਿਧਾ ਕਿ ਔਨਲਾਈਨ ਹੀ ਉਹ ਜਮ੍ਹਾਂ ਕਰਾ ਸਕਣ ਇਹ ਪੈਨਲਟੀ, ਤਾਂ ਉਹਨਾਂ ਦੀ ਖੱਜਲ ਖੁਆਰੀ ਘਟਦੀ ਹੈ। ਤੀਸਰਾ ਇਹ ਹੋਣਾ ਚਾਹੀਦਾ ਹੈ ਕਿ ਇਹਦੇ ਵਿੱਚ ਜਿਹੜਾ ਮੈਸੇਜ ਹੈਗਾ ਉਹ ਮੈਸੇਜ ਨਹੀਂ ਆਉਂਦਾ ਐਪਲੀਕੈਂਟ ਨੂੰ,
ਜਦੋਂ ਉਸ ਨੂੰ ਪੈਨਲਟੀ ਆ ਰਹੀ ਹੈ ਤਾਂ ਉਸ ਨੂੰ ਮੈਸੇਜ ਵੀ ਆਉਣਾ ਚਾਹੀਦਾ ਬਕਾਇਦਾ ਕਿ ਮੈਨੂੰ ਪੈਨਲਟੀ ਪਈ ਹੈ, ਉਹ ਮੈਂ ਜਮ੍ਹਾਂ ਕਰਾ ਦਾਂ, ਫਿਰ ਮੈਂ ਅਪਰੂਵਲ ਜਿਹੜੀ ਹੈਗੀ ਮੇਰੀ ਹੋ ਪਾਊਗੀ। ਉਸ ਚੱਕਰ ਦੇ ਵਿੱਚ ਕਿਉਂਕਿ ਮੈਸੇਜ ਨਾ ਤਾਂ ਐਪਲੀਕੈਂਟ ਨੂੰ ਆਉਂਦਾ ਹੈ, ਨਾ MVI ਦੀ ਸਟੇਜ ਤੇ ਆਉਂਦਾ ਹੈ, ਸਿਰਫ RTA ਜਦੋਂ ਅਪਰੂਵ ਕਰਨ ਲੱਗਦਾ ਹੈ ਤਾਂ ਉਦੋਂ ਸਾਡੇ ਕੋਲ ਉਹ ਮੈਸੇਜ ਆਉਂਦਾ ਹੈ, ਜਿਸ ਕਰਕੇ ਉਹ ਐਪਲੀਕੈਂਟ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਸਾਰੇ ਥਾਂ ਤੇ ਉਹ ਜਾ ਕੇ RTA ਦੇ ਕੋਲ ਮਿਲਣ ਆਉਂਦਾ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਇਹ ਮੇਰੀ ਤਾਂ ਪੈਨਲਟੀ ਖੜੀ ਸੀਗੀ 20, 50, 100 ਰੁਪਏ ਜਿੰਨੀ ਵੀ ਉਦੋਂ ਤੱਕ ਇਕੱਠੀ ਹੋ ਗਈ ਪਰ ਡੇ ਦੇ ਹਿਸਾਬ ਨਾਲ। ਸੋ ਇਹ ਸਾਰੇ ਜਿਹੜੇ ਇਸ਼ੂਜ਼ ਹੈਗੇ ਆ ਆਪਾਂ ਹੈੱਡ ਆਫਿਸ 'ਚ ਐਸਕੇਲੇਟ ਕਰ ਦਿੱਤੇ ਸੀ ਔਰ ਉੱਥੇ ਹੁਣ ਇਹਦੇ ਬਾਰੇ ਜਿਹੜਾ ਹੈਗਾ ਡਿਸੀਜਨ ਲਿਆ ਜਾ ਰਿਹਾ ਤੇ ਜੋ ਵੀ ਸਾਨੂੰ ਡਾਇਰੈਕਸ਼ਨਸ ਹੋਣਗੀਆਂ ਉਹਦੇ ਹਿਸਾਬ ਨਾਲ ਜਿਹੜਾ ਸੌਫਟਵੇਅਰ 'ਚ ਜੇ ਚੇਂਜਸ ਹੁੰਦੀਆਂ ਜਾਂ ਕੋਈ ਡਿਸੀਜਨ ਲਿਆ ਜਾਂਦਾ ਹੈ ਵੇਵ ਆਫ ਕਰਨ ਦਾ ਤਾਂ ਪੈਨਲਟੀ ਦੇ ਉੱਤੇ ਤਾਂ ਡਿਸੀਜਨ ਜਿਹੜਾ ਹੈਗਾ ਉੱਥੋਂ ਆ ਜਾਏਗਾ। ਬਾਕੀ ਜਿਹੜਾ ਲੋਕਲ ਇਸ਼ੂਜ਼ ਹੈਗੇ ਹੈ ਕਿ ਉਹਨਾਂ ਦੇ ਕੋਈ ਜਿਹੜੀਆਂ ਸਾਈਟਸ ਜਿਹੜੀਆਂ ਹੈਗੀਆਂ ਅਸੀਂ ਜਿਵੇਂ ਇੱਕ ਆਈਡੈਂਟੀਫਾਈ ਕਰਕੇ ਹੋਰ ਭੇਜ ਰਹੇ ਹਾਂ। MVI ਵੀ ਹੁਣ ਸਾਡੇ ਕੋਲ 2 ਹੋ ਗਏ ਨੇ ਔਰ ਇਹਨਾਂ ਨੂੰ ਸਮੇਂ-ਸਮੇਂ ਤੇ ਅਸੀਂ ਸਾਰੇ ਜਿਹੜੇ ਹੈਗੇ ਆ ਸੁਣਦੇ ਵੀ ਰਹਿੰਦੇ ਹਾਂ, ਚਾਹੇ ਸਕੂਲ ਬੱਸ ਤੋਂ ਹੋਣ, ਮਿਨੀ ਬੱਸ ਤੋਂ ਹੋਣ, ਅਦਰ ਆਪਰੇਟਰਸ ਹੋਣ, ਤਾਂ ਇਹਨਾਂ ਦੇ ਕੋਈ ਵੀ ਇਸ਼ੂਜ਼ ਹੈਗੇ ਅਸੀਂ ਆਲਵੇਜ਼ ਇੱਥੇ ਬੈਠੇ ਹਾਂ ਇਹਨਾਂ ਦੇ ਇਸ਼ੂਜ਼ ਸੁਣਨ ਲਈ ਐਂਡ ਉਹਨਾਂ ਨੂੰ ਹੱਲ ਕਰਨ ਲਈ। ਕਲਰਕਸ ਦੀਆਂ ਬਟ ਕਲਰਕਸ ਇੱਥੇ ਕਾਫੀ ਘੱਟ ਨੇ ਤਾਂ ਇਹ ਕੀ ਹੈਗਾ ਕਿ ਉਹਦੇ ਕਰਕੇ ਕੋਰਟ ਡਿਊਟੀਜ਼ ਦੇ ਕਰਕੇ ਵੀ ਐਵਰੀ ਆਲਟਰਨੇਟ ਡੇ ਕੋਰਟ ਐਵੀਡੈਂਸ ਵਾਸਤੇ ਉਹਨਾਂ ਨੂੰ ਖੁਦ ਹੀ ਜਾਣਾ ਪੈਂਦਾ ਤਾਂ ਉਹਦੇ ਵਾਸਤੇ ਇੱਕ ਬੜਾ ਅੱਛਾ ਪ੍ਰੋਵੀਜ਼ਨ ਅਸੀਂ ਇੱਥੇ ਬਣਾਇਆ ਹੈਲਪ ਡੈਸਕ ਦਾ। ਹੈਲਪ ਡੈਸਕ ਦੇ ਉੱਤੇ ਸਾਰਾ ਟਾਈਮ ਮੇਰੇ 2 EMPLOYEES ਬੈਠੇ ਹੁੰਦੇ ਨੇ ਜੋ ਕਿ ਕੰਸਰਨਡ ਕੋਈ ਵੀ ਐਪਲੀਕੈਂਟ ਆਉਂਦਾ ਹੈ ਉਹਦੀ ਕਿਸੇ ਵੀ ਕਲਰਕ ਨਾਲ ਸੰਬੰਧਿਤ ਫਾਈਲ ਹੋਵੇ, ਦਰਖਾਸਤ ਹੋਵੇ, ਕੰਪਲੇਂਟ ਹੋਵੇ, ਉੱਥੇ ਲੈਣ ਲਈ ਬੈਠੇ ਨੇ ਔਰ ਬਾਅਦ ਦੇ ਵਿੱਚ ਉਸ ਨੂੰ ਕੰਸਰਨਡ ਕਲਰਕ ਨੂੰ ਬਕਾਇਦਾ ਲਿਸਟ ਬਣਾ ਕੇ ਮਾਰਕ ਕੀਤੀ ਜਾਂਦੀ ਹੈ। ਉਹਦੀ ਲਿਸਟ ਦੀ ਕਾਪੀ ਮੇਰੇ ਕੋਲ ਵੀ ਰਹਿੰਦੀ ਹੈ ਕਿ ਅੱਜ ਹੈਲਪ ਡੈਸਕ ਤੇ ਕਿਹੜੀ ਫਾਈਲ ਆਈ ਔਰ ਇਹ ਹੈਲਪ ਡੈਸਕ ਸਿਰਫ ਇਸ ਦਫ਼ਤਰ 'ਚ ਨਹੀਂ ਸਾਡੇ ਟਰੈਕ ਦੇ ਉੱਤੇ ਵੀ ਹੈਲਪ ਡੈਸਕ ਹੈਗਾ ਜਿੱਥੇ ਡਰਾਈਵਿੰਗ ਲਾਇਸੈਂਸ ਸੰਬੰਧੀ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਉੱਥੇ ਹੈਲਪ ਡੈਸਕ ਦੇ ਉੱਤੇ ਦੱਸੀ ਜਾ ਸਕਦੀ ਹੈ। ਸੋ ਦੋਨੋਂ ਆਫਿਸਿਸ ਨਹੀਂ ਉਹ ਦੇਖੋ ਐਪਲੀਕੈਂਟ ਦੇ ਉੱਤੇ ਹੈ। ਕਈ ਵਾਰ ਐਪਲੀਕੈਂਟ ਨੂੰ ਹੁੰਦਾ ਹੈ ਕਿ ਮੈਂ RTA ਨੂੰ ਹੀ ਮਿਲ ਕੇ ਆਵਾਂ, ਮੈਂ ਟਰੈਕ ਦੇ ਹੈਲਪ ਡੈਸਕ ਤੇ ਸੀਮਿਤ ਨਾ ਰਹਿ ਜਾਵਾਂ, ਬਟ ਮੈਂ ਇਹ ਅਸ਼ੋਰ ਕਰਦੀ ਹਾਂ ਇਸ ਮੈਸੇਜ ਦੇ ਥਰੂ ਕਿ ਦੋਨੋਂ ਥਾਂ ਤੇ ਜਿਹੜੇ ਹੈਲਪ ਡੈਸਕ ਹੈਗੇ ਉਹ ਡਾਇਰੈਕਟਲੀ ਮੈਨੂੰ ਰਿਪੋਰਟ ਕਰਦੇ ਨੇ ਔਰ ਦੋਨੋਂ ਥਾਂ ਤੇ ਜਿਹੜੀ ਹੈਗੀ ਹੈ ਜਨਤਾ ਡਰਾਈਵਿੰਗ ਟੈਸਟ ਜਾਂ ਡਰਾਈਵਿੰਗ ਦੇ ਸੰਬੰਧੀ ਜੋ ਵੀ ਪ੍ਰੋਬਲਮ ਹੈ ਲਾਇਸੈਂਸ ਦੇ ਸੰਬੰਧੀ ਉਹ ਹੈਲਪ ਡੈਸਕ ਐਟ ਦ ਡਰਾਈਵਿੰਗ ਟਰੈਕ ਜਿਹੜਾ ਹੈਗਾ ਉੱਥੇ ਜਾਵੇ ਔਰ RC ਜਾਂ ਹੋਰ ਜਿਹੜੇ ਕੰਮ NOCs ਪਰਮਿਟਸ ਕੁਝ ਵੀ ਹੋਰ ਸੰਬੰਧਿਤ ਕੰਮਾਂ ਲਈ ਜਾਂ ਕੋਈ ਵੀ ਕੰਪਲੇਂਟ ਲਈ ਇੱਥੇ ਜਿਹੜਾ ਹੈਲਪ ਡੈਸਕ ਹੈਗਾ ਇੱਥੇ ਆ ਜਾ ਸਕਦਾ। ਮੇਰੀ ਕੱਲ ਵੀ ਮੁਲਾਕਾਤ ਹੋਈ ਸੀ ਉਹਨਾਂ ਨਾਲ। ਆਈ ਥਿੰਕ ਕੱਲ ਕੋਈ ਇਸ਼ੂ ਹੋਇਆ ਸੀ ਸਾਹਨੇਵਾਲ, ਉੱਥੇ ਵੀ ਮੁਲਾਕਾਤ ਉਹਨਾਂ ਦੀ MVI ਨਾਲ ਵੀ ਹੋਈ ਸੀ। ਅੱਜ ਵੀ ਮੈਂ ਇੱਕ MVI ਪਾਸਿੰਗ ਕਰ ਰਹੇ ਨੇ, ਦੂਸਰਿਆਂ ਨੂੰ ਮੈਂ ਇੱਥੇ ਹੀ ਬੁਲਾਇਆ ਹੋਇਆ ਟੂ ਲਿਸਨ ਟੂ ਦੇਅਰ ਇਸ਼ੂਜ਼ ਔਰ ਇਹਨਾਂ ਦੇ ਇਸ਼ੂਜ਼ ਮੈਂ ਜਿਵੇਂ ਦੱਸਿਆ ਆਲਰੇਡੀ ਚੰਡੀਗੜ੍ਹ ਟੇਕਅਪ ਹੋਏ ਨੇ, ਉੱਥੇ ਆਲਰੇਡੀ ਉਹਨਾਂ ਦੇ ਹੱਲ ਕੱਢਿਆ ਜਾ ਰਿਹਾ ਹੈਗਾ ਤਾਂ ਆਪਾਂ ਇਹਨਾਂ ਨੂੰ ਸੁਣਨ ਲਈ ਬੈਠੇ ਹਾਂ, ਕੋਈ ਗੱਲ ਨਹੀਂ।